ਵਾਹਿਗੁਰੂ ਸਤਿਨਾਮ। ਵਾਹਿਗੁਰੂ ਸਾਹਿਬ ਜੀਓ। ਹਰ ਬਿਨ ਤੇਰੋ ਕੋ ਨ ਸਹਾਈ। ਕਾਂਕੀ ਮਾਤ ਪਿਤਾ ਸੁਤ ਬਣਤਾ। ਕੋ ਕਾਹੂ ਕੋ ਭਾਈ। ਧਨ ਧਰਣੀ ਅਰ ਸੰਪਤ ਸਗਰੀ। ਜੋ ਮਾਨਿਓ ਅਪਨਾਈ। ਤਨ ਛੂਟੈ ਕਛ ਸੰਗ ਨਾ ਚਾਲੈ। ਕਾਹੇ ਤਹਾਂ ਲਪਟਾਈ। ਤਨ ਛੂਟੈ ਕਛ ਸੰਗ ਨ ਚਾਲੈ। ਕਹਾਂ ਤਾਹੇ ਲਪਟਾਈ। ਦੀਨ ਦਇਆਲ ਸਦਾ ਦੁਖ ਭੰਜਨ। ਤਾਸਿਉ ਰੁਚ ਨ ਵਡਾਈ। ਨਾਨਕ ਕਹਿਤ ਜਗਤ ਸਭ ਮਿਥਿਆ। ਜਿਉ ਸੁਪਨਾ ਰਹਿ ਨਾਈ। ਨਾਨਕ ਕਹਿਤ ਜਗਤ ਸਭ ਮਿਥਿਆ। ਜਿਉ ਸੁਪਨਾ ਰਹਿ ਨਾਈ। ਝੂਠੈ ਮਾਨ ਕਹਾਂ ਕਰੈ। ਜਗ ਸੁਪਨੇ ਜਿਉ ਜਾਨ। ਇਨ ਮੈਂ ਕਛ ਤੇਰੋ ਨਹੀਂ। ਨਾਨਕ ਕਹਿਓ ਬਖਾਨ। ਇਨ ਮੈਂ ਕਛ ਤੇਰੋ ਨਹੀਂ। ਨਾਨਕ ਕਹਿਓ ਬਖਾਨ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸੁਖਾਂ ਦੇ ਸਾਗਰ ਰਹਿਮਤਾਂ ਦੇ ਭੰਡਾਰ ਪਰਮ ਕਿਰਪਾਲੂ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ 'ਚ ਜੁੜ ਬੈਠੀ ਸਾਧ ਸੰਗਤ ਜੀ, ਸਤਿਗੁਰਾਂ ਦੇ ਚਰਨਾਂ 'ਚ ਝੁਕਾਈਏ ਸੀਸ, ਕਰੀਏ ਸ਼ੁਕਰਾਨਾ। ਮੇਰੇ ਮਾਲਕ ਜੀ ਅਪਾਰ ਰਹਿਮਤ ਕੀਤੀ, ਇਸ ਯੋਗ ਬਣਾਇਆ ਕਿ ਤੁਹਾਡੀ ਹਜ਼ੂਰੀ ਦੇ ਵਿੱਚ ਸੱਜ ਕੇ ਧੁਰ ਕੀ ਬਾਣੀ ਦੇ ਰਸ ਪਿੰਨੇ ਕੀਰਤਨ ਦਾ ਆਨੰਦ ਮਾਣ ਸਕੇ ਹਾਂ। ਆਓ ਸਾਧ ਸੰਗਤ, ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਸ਼ਲੋਕ ਝੂਠੈ ਮਾਨ ਕਹਾਂ ਕਰੈ। ਜਗ ਸੁਪਨੇ ਜਿਉ ਜਾਨ। ਇਨ ਮੈਂ ਕਛ ਤੇਰੋ ਨਹੀਂ। ਨਾਨਕ ਕਹਿਓ ਬਖਾਨ। ਇਹ 41ਵਾਂ ਸ਼ਲੋਕ ਨੰਬਰ 41। ਸਤਿਗੁਰੂ ਜੀ ਪੁਕਾਰ ਕੇ ਕਹਿ ਰਹੇ ਨੇ, ਇਹ ਸੰਸਾਰ ਇੱਕ ਸੁਪਨੇ ਦੀ ਤਰ੍ਹਾਂ ਹੈ। ਸੰਸਾਰ ਦੇ ਪਦਾਰਥ ਝੂਠੇ ਨੇ। ਝੂਠੇ ਦਾ ਮਤਲਬ ਇੱਥੇ ਨਾਸ਼ਵਾਨ, ਖਤਮ ਹੋ ਜਾਣ ਵਾਲੇ, ਨਾ ਰਹਿਣ ਵਾਲੇ। ਇਹਨਾਂ ਵਿੱਚੋਂ ਸਾਥ ਤੇਰੇ ਕਿਸੇ ਨੇ ਨਹੀਂ ਜਾਣਾ ਤੇ ਇਹਨਾਂ ਦੇ ਨਾਲ ਬਹੁਤਾ ਅਟੈਚ ਨਾ ਹੋ। ਸਾਹਿਬ ਜੀ ਕੀ ਸਮਝਾਉਂਦੇ ਪਏ ਨੇ ਇਹਨਾਂ ਪਾਵਨ ਬਚਨਾਂ ਦੇ ਵਿੱਚ? ਇਹੀ ਵਿਚਾਰ ਆਪ ਸਰਬੱਤ ਸੰਗਤ ਨਾਲ ਸਾਂਝੇ ਕਰਨੇ ਨੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਸੰਸਾਰ ਇੱਕ ਸੁਪਨਾ ਹੈ।
ਸੁਪਨਾ ਤੁਸੀਂ ਮਤਲਬ ਇਹਦਾ ਸਮਝਦੇ ਹੋਵੋਗੇ ਕਿ ਇਹ ਸੰਸਾਰ ਇੱਕ ਡ੍ਰੀਮ ਦੀ ਤਰ੍ਹਾਂ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਨਾ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜੈਤ ਸ੍ਰੀ ਕੀ ਵਾਰ, ਜੇ ਕਿਤੇ ਪੜ੍ਹਨ ਦਾ ਮਨ ਕਰੇ ਤੇ ਪੇਜ ਨੰਬਰ ਹੈ ਜੀ 705, 705 ਤੋਂ ਸਟਾਰਟ ਹੁੰਦੀ ਹੈ। ਇਸ ਵਾਰ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਬੜਾ ਪਿਆਰਾ ਬਚਨ ਬਖਸ਼ਿਸ਼ ਕਰਦੇ ਨੇ। ਸਾਹਿਬ ਜੀ ਕਹਿੰਦੇ, ਇੱਕ ਇਨਸਾਨ ਰਾਤ ਨੂੰ ਸੁੱਤਾ ਹੈ, ਸੁੱਤੇ ਪਿਆ ਸੁਪਨਾ ਆਇਆ। ਸਾਡੇ ਨਾਲ ਵੀ ਇਦਾਂ ਹੁੰਦਾ ਹੈ ਨਾ, ਰਾਤ ਨੂੰ ਸੌਂਦੇ ਆ ਤੇ ਸੁਪਨੇ ਦੇ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਘੁੰਮ ਕੇ ਆ ਜਾਂਦੇ ਆ। ਰਾਤ ਨੂੰ ਸੁੱਤਾ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਕੀ ਦੇਖਦਾ ਹੈ ਕਿ ਉਹ ਇੱਕ ਬਾਦਸ਼ਾਹ ਬਣ ਗਿਆ ਹੈ, ਬੜੇ ਖੂਬਸੂਰਤ ਤਖਤ ਦੇ ਉੱਤੇ ਬੈਠਾ ਹੋਇਆ ਹੈ। ਤਖਤ ਸਮਝਦੇ ਹੋਵੋਗੇ ਜਿਹਦੇ ਉੱਤੇ ਬਾਦਸ਼ਾਹ ਬਹਿੰਦਾ ਹੈ। ਸਿਰ ਦੇ ਉੱਤੇ ਬੜਾ ਕੀਮਤੀ ਚਵਰ ਝੁਲਦਾ ਪਿਆ ਹੈ, ਛਤਰ ਝੁਲਦਾ ਪਿਆ ਹੈ। ਚਵਰ ਦਾ ਮਤਲਬ ਜਿਹੜਾ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਚੌਰ ਦੀ ਸੇਵਾ ਕਰਦੇ ਆ, ਚਵਰ ਜੋ ਉੱਤੇ ਚੰਦੋਵਾ ਲੱਗਾ ਹੈ, ਛਤਰ ਬੜਾ ਕੀਮਤੀ ਹੈ। ਬੜੇ ਉਹਦੇ ਕੋਲ ਉਹਦੇ ਸੇਵਾਦਾਰ ਖਲੋਤੇ ਨੇ, ਜੋ ਵੀ ਹੁਕਮ ਕਰਦਾ ਹੈ ਉਸ ਹੁਕਮ ਦੀ ਤਾਮੀਲ ਕੀਤੀ ਜਾਂਦੀ ਹੈ, ਉਹਦੇ ਹੁਕਮ ਨੂੰ ਮੰਨਿਆ ਜਾਂਦਾ ਹੈ। ਕੁਝ ਵੀ ਮੰਗਦਾ ਹੈ, ਲਫ਼ਜ਼ ਬਾਅਦ ਵਿੱਚ ਜ਼ੁਬਾਨ ਤੋਂ ਨਿਕਲਦੇ ਨੇ, ਪਦਾਰਥ ਪਹਿਲਾਂ ਸਾਹਮਣੇ ਹਾਜ਼ਰ ਹੋ ਜਾਂਦੇ ਨੇ। ਇਹ ਸੁਪਨੇ ਦੀ ਗੱਲ ਹੈ ਜੋ ਉਸਨੇ ਸੁਪਨੇ ਵਿੱਚ ਦੇਖਿਆ ਹੈ। ਸੁਪਨੇ ਵਿੱਚ ਉਸਨੇ ਬੜੇ ਆਨੰਦ ਮਾਣੇ ਨੇ ਜੀ, ਬਾਦਸ਼ਾਹ ਬਣ ਕੇ ਬੜੀਆਂ ਮੌਜਾਂ ਮਾਣੀਆਂ ਨੇ, ਕਿਸੇ ਚੀਜ਼ ਦੀ ਕਮੀ ਕੋਈ ਨਹੀਂ। ਪਰ ਜਦੋਂ ਸਵੇਰੇ ਦਿਨ ਚੜਿਆ, ਅੱਖ ਖੁੱਲੀ, ਹੁਣ ਉਹ ਸੁਪਨਾ ਸੀ ਨਾ, ਉਹ ਸਭ ਕੁਝ ਤੇ ਗਿਆ। ਸੁਪਨੇ ਦੇ ਵਿੱਚ ਸਭ ਕੁਝ, ਬਾਦਸ਼ਾਹ ਵੀ ਬਣ ਗਿਆ, ਕੀਮਤੀ ਉਹਨੇ ਪੋਸ਼ਾਕ ਵੀ ਪਹਿਨ ਲਈ, ਕਾਸਟਿਊਮ ਵੀ ਪਹਿਨ ਲਈ, ਪਦਾਰਥ ਵੀ ਤਰ੍ਹਾਂ ਤਰ੍ਹਾਂ ਦੇ ਖਾ ਲਏ, ਆਨੰਦ ਵੀ ਬੜੇ ਤਰ੍ਹਾਂ ਦੇ ਮਾਣ ਲਏ। ਹੁਣ ਜਦੋਂ ਦਿਨ ਚੜਿਆ, ਅੱਖ ਖੁੱਲੀ, ਸਭ ਕੁਝ ਖਤਮ ਹੈ। ਹੁਣ ਜਦੋਂ ਸਵੇਰੇ ਉਹ ਉੱਠਦਾ ਹੈ ਨਾ, ਤੇ ਜਿਹੜਾ ਸੁਪਨੇ ਵਿੱਚ ਬਾਦਸ਼ਾਹ ਬਣ ਕੇ ਹੁਕਮ ਕਰਦਾ ਪਿਆ ਸੀ, ਉਹੀ ਹੁਕਮ ਹੁਣ ਉਹ ਆਪਣੇ ਪਰਿਵਾਰ ਦੇ ਉੱਤੇ ਚਲਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਸੋਚ ਰਿਹਾ ਹੈ, ਮਾਈਂਡ ਅਜੇ ਵੀ ਉਸ ਸੁਪਨੇ ਦੇ ਵਿੱਚ ਜੁੜਿਆ ਹੋਇਆ, ਅਟੈਚ ਹੈ ਪੂਰੀ ਤਰ੍ਹਾਂ। ਅਜੇ ਵੀ ਸੋਚਦਾ ਹੈ ਕਿ ਉਹ ਬਾਦਸ਼ਾਹ ਹੈ ਜਿਹੜਾ ਰਾਤੀ ਸੁਪਨੇ 'ਚ ਬਣਿਆ ਪਿਆ ਸੀ, ਤੇ ਬਾਦਸ਼ਾਹ ਦੀ ਤਰ੍ਹਾਂ ਉਹ ਆਪਣੇ ਪਰਿਵਾਰ ਦੇ ਜੀਆਂ ਦੇ ਉੱਤੇ ਹੁਕਮ ਚਲਾਉਂਦਾ ਪਿਆ ਹੈ। ਪਰਿਵਾਰ ਦੇ ਜੀ ਹੈਰਾਨ ਨੇ ਕਿ ਇਹਨੂੰ ਹੋ ਕੀ ਗਿਆ, ਇਹ ਅੱਜ ਬੜਾ ਅਜੀਬ ਜਿਹਾ ਬਿਹੇਵੀਅਰ ਕਰਦਾ ਪਿਆ ਏ, ਬਿਹੇਵ ਕਰਦਾ ਪਿਆ ਏ। ਰੀਜ਼ਨ ਪੁੱਛਿਆ ਤੇ ਉਹਨੇ ਦੱਸਿਆ, ਕਹਿਣ ਲੱਗਾ, ਮੈਂ ਰਾਤੀ ਬਾਦਸ਼ਾਹ ਬਣ ਗਿਆ। ਕਦੋਂ ਬਾਦਸ਼ਾਹ ਬਣਿਆ? ਸੁਪਨੇ 'ਚ। ਮਾਤਾ ਨੇ ਪਿਆਰ ਦੇ ਨਾਲ ਇੱਕ ਪੋਲੀ ਜੀ ਚਪੇੜ ਵੀ ਲਗਾਈ ਤੇ ਨਾਲ ਹੀ ਸਮਝਾਇਆ, ਭਲਿਆ ਸੁਪਨੇ ਵਿੱਚ ਬਣਿਆ ਹੋਇਆ ਬਾਦਸ਼ਾਹ ਰੀਅਲ ਲਾਈਫ ਦੇ ਵਿੱਚ ਬਾਦਸ਼ਾਹ ਨਹੀਂ ਬਣ ਸਕਦਾ, ਕਿਉਂਕਿ ਉਹ ਸੁਪਨਾ ਹੀ ਸੀ, ਸੁਪਨਾ ਟੁੱਟ ਗਿਆ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਸੇਮ ਸਿਚੁਏਸ਼ਨ ਸਾਡੀ ਬਣੀ ਪਈ ਹੈ। ਜਿਸ ਤਰ੍ਹਾਂ ਉਸਨੇ ਸੁਪਨੇ ਦੇ ਨਾਲ ਪਿਆਰ ਪਾ ਲਿਆ ਸੀ ਨਾ, ਕਿ ਉਸ ਸੁਪਨੇ ਨੂੰ ਉਹ ਰਿਐਲਿਟੀ ਸਮਝਣ ਲੱਗ ਪਿਆ ਸੀ, ਬਿਲਕੁਲ ਉਸੇ ਤਰ੍ਹਾਂ ਹੀ ਅਸੀਂ ਵੀ ਇਸ ਸੰਸਾਰ ਨੂੰ ਰਿਐਲਿਟੀ ਸਮਝਦੇ ਪਏ ਹਾਂ, ਤਾਂ ਹੀ ਤੇ ਇਹਦੇ ਨਾਲ ਅਟੈਚ ਹੋ ਗਏ ਪੂਰੀ ਤਰ੍ਹਾਂ। ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਪਾਤਸ਼ਾਹ ਜੀ ਕਹਿੰਦੇ, ਅਨੇਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ। ਅਨੇਕ ਲੀਲਾ, ਅਨੇਕ ਲੀਲਾ ਦਾ ਮਤਲਬ ਹੈ ਸੁਪਨੇ ਵਿੱਚ ਉਸਨੇ ਕਈ ਤਰ੍ਹਾਂ ਦੇ ਰੰਗ ਮਾਣੇ। ਅਨੇਕ ਲੀਲਾ ਰਾਜ ਰਸ ਰੂਪੰ, ਰੂਪੰ ਦਾ ਮਤਲਬ ਹੈ ਸੁੰਦਰਤਾ, ਚਾਰੇ ਪਾਸੇ ਸੁੰਦਰਤਾ ਹੈ ਜੀ ਉਹਦੇ, ਬੜੇ ਆਨੰਦ ਮਾਣਦਾ ਪਿਆ ਹੈ। ਛਤਰ ਚਮਰ ਤਖਤ ਆਸਨੰ ਰਚੰਤ ਮੂੜ ਅਗਿਆਨ ਅੰਧਾ, ਨਾਨਕ ਸੁਪਨ ਮਨੋਰਥ ਮਾਇਆ। ਮੂੜ ਅੰਧਾ, ਕਹਿੰਦੇ ਇਹ ਅੰਨਾ, ਇਹ ਮੂਰਖ ਇਨਸਾਨ ਸੁਪਨੇ ਦੇ ਨਾਲ ਮੋਹ ਪਾ ਕੇ ਬੈਠ ਗਿਆ ਹੈ। ਸੁਪਨਾ ਸੱਚ ਨਹੀਂ ਹੋਇਆ ਕਰਦਾ। ਸਤਿਗੁਰੂ ਜੀ ਕਹਿੰਦੇ ਇਹ ਸੰਸਾਰ ਦੀ ਅਸਲੀਅਤ ਵੀ ਇੰਨੀ ਕੁ ਹੈ। ਸਾਹਿਬ ਜੀ ਕਹਿੰਦੇ, ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਜਿਹੜਾ ਸੁਪਨੇ ਦੇ ਨਾਲ ਪਿਆਰ ਪਾ ਲੈਂਦਾ ਹੈ, ਸਾਹਿਬ ਜੀ ਕਹਿੰਦੇ ਉਹ ਮੂਰਖ ਹੈ, ਉਸ ਨੂੰ ਸਿਆਣਾ ਇਨਸਾਨ ਨਹੀਂ ਕਿਹਾ ਜਾ ਸਕਦਾ। ਸੁਪਨੇ ਵਿੱਚ ਬਾਦਸ਼ਾਹ ਬਣ ਕੇ ਜਾਗ ਕੇ ਤੇ ਹੁਕਮ ਚਲਾਉਣੇ ਸ਼ੁਰੂ ਕਰ ਦੇਵੇ, ਉਸ ਨੂੰ ਮੂਰਖ ਨਹੀਂ ਕਿਹਾ ਜਾਏਗਾ ਤਾਂ ਹੋਰ ਕੀ ਕਿਹਾ ਜਾਏਗਾ। ਸਤਿਗੁਰੂ ਜੀ ਕਹਿੰਦੇ, ਇਸ ਜਾਗ ਦੇ ਵਿੱਚੋਂ, ਇਸ ਸੁਪਨੇ ਵਿੱਚੋਂ ਬਾਹਰ ਨਿਕਲ। ਇਹ ਸੰਸਾਰ ਦੀ ਰਿਐਲਿਟੀ ਨਹੀਂ ਹੈ, ਇਹ ਸੰਸਾਰ ਖਤਮ ਹੋ ਜਾਣਾ ਹੈ। ਜਿਨ੍ਹਾਂ ਪਦਾਰਥਾਂ ਦੇ ਨਾਲ ਤੂੰ ਮੋਹ ਪਾ ਕੇ ਬੈਠਾ, ਯਾਦ ਰਹੇ
ਸਤਿਗੁਰੂ ਜੀ ਇਹ ਨਹੀਂ ਕਹਿ ਰਹੇ ਕਿ ਤੂੰ ਸੰਸਾਰ ਦਾ ਤਿਆਗ ਕਰ ਦੇ। ਸਾਹਿਬ ਜੀ ਤਾਂ ਜਿਨ੍ਹਾਂ ਨੇ ਤਿਆਗ ਕੀਤਾ ਨਾ ਸੰਸਾਰ ਦਾ, ਉਹਨਾਂ ਨੂੰ ਤਾਂ ਸਮਝਾਉਣ ਵਾਸਤੇ ਜਾਂਦੇ ਨੇ, ਉਹਨਾਂ ਨੂੰ ਤਾਂ ਮੋੜ ਕੇ ਲਿਆ ਰਹੇ ਨੇ ਘਰ ਦੇ ਵੱਲ। ਤਿਆਗ ਕਰਨ ਦਾ ਗੁਰੂ ਸਾਹਿਬ ਕਿਤੇ ਵੀ ਸਾਨੂੰ ਉਪਦੇਸ਼ ਨਹੀਂ ਜੇ ਦਿੰਦੇ ਕਿ ਤੂੰ ਆਪਣੇ ਪਰਿਵਾਰ ਨੂੰ ਛੱਡ, ਕਿਉਂਕਿ ਇਹ ਤਾਂ ਸੁਪਨਾ ਹੈ, ਇਹ ਤੇ ਖਤਮ ਹੋ ਜਾਣੇ ਨੇ, ਪਰਿਵਾਰ ਨੂੰ ਛੱਡ ਕੇ ਤੂੰ ਚਲਾ ਜਾ। ਨਹੀਂ, ਸਤਿਗੁਰੂ ਜੀ ਇਹ ਉਪਦੇਸ਼ ਨਹੀਂ ਜੇ ਦੇ ਰਹੇ। ਜਿਨ੍ਹਾਂ ਨੇ ਤਿਆਗ ਕੀਤਾ, ਗੁਰੂ ਨਾਨਕ ਸਾਹਿਬ ਆਪ ਚੱਲ ਕੇ ਜਾਂਦੇ ਨੇ ਉਹਨਾਂ ਦੇ ਕੋਲ ਸਮਝਾਉਣ ਦੇ ਲਈ ਕਿ ਭਲਿਓ ਸੰਸਾਰ ਨੂੰ ਤਿਆਗਣ ਦੀ ਜ਼ਰੂਰਤ ਨਹੀਂ, ਪਰਿਵਾਰ ਵਿੱਚ ਰਹਿ ਕੇ ਵੀ ਇਸ ਸੁਪਨੇ ਦੇ ਨਾਲੋਂ ਡਿਟੈਚ ਹੋ ਕੇ ਉਹਨੂੰ ਪਾਇਆ ਜਾ ਸਕਦਾ ਹੈ। ਸੁਮੇਰ ਪਰਬਤ ਦੇ ਗਏ, ਜੋਗੀਆਂ ਦੇ ਨਾਲ ਵਿਚਾਰ ਕੀਤੀ। ਅਚਲ ਬਟਾਲੇ ਦੇ ਸਥਾਨ ਤੇ ਗਏ, ਉੱਥੇ ਵਿਚਾਰ ਕੀਤੀ ਜੋਗੀਆਂ ਦੇ ਨਾਲ। ਹੋਰ ਕਈ ਮਿਲੇ ਸਤਿਗੁਰਾਂ ਨੂੰ ਰਸਤੇ ਦੇ ਵਿੱਚ, ਜਿਨ੍ਹਾਂ ਨੂੰ ਸਮਝਾਇਆ ਸਾਹਿਬ ਜੀ ਨੇ ਕਿ ਸੰਸਾਰ ਦੇ ਵਿੱਚ ਰਹਿ ਕੇ ਰੱਬ ਨੂੰ ਪਾਉਣਾ ਹੈ। ਹਾਂ, ਇਹ ਅਸਲੀਅਤ ਹੈ ਕਿ ਸੰਸਾਰ ਇੱਕ ਦਿਨ ਨਾਸ਼ ਹੋ ਜਾਣਾ ਹੈ। ਜਿੰਨੇ ਵੀ ਪਦਾਰਥ ਨੇ, ਜਿਤਨੇ ਵੀ ਮਾਇਆ ਦੇ ਖਿਲਾਰੇ ਨੇ, ਸਾਰੇ ਖਤਮ ਹੋ ਜਾਣੇ ਨੇ। ਪਰ ਇਹਦਾ ਮਤਲਬ ਇਹ ਨਹੀਂ ਕਿ ਸਾਹਿਬ ਜੀ ਸਾਨੂੰ ਕਹਿੰਦੇ ਨੇ ਕਿ ਤੂੰ ਛੱਡ ਹੀ ਦੇ। ਛੱਡਣ ਵਾਸਤੇ ਨਹੀਂ ਕਿਹਾ, ਇਹ ਤਾਂ ਸਾਡੀਆਂ ਲੋੜਾਂ ਵਾਸਤੇ ਹੈ। ਸਾਡੇ ਜੀਵਨ ਦਾ ਜਿਹੜਾ ਸਫ਼ਰ ਦੇ ਵਿੱਚ ਅਸੀਂ ਚੱਲਦੇ ਪਏ ਹਾਂ, ਉਸ ਸਫ਼ਰ ਤੱਕ ਈਜ਼ੀਲੀ ਅਸੀਂ ਪਹੁੰਚ ਜਾਈਏ, ਇਹ ਸਾਡੀ ਸਹੂਲਤ ਵਾਸਤੇ ਪ੍ਰਮਾਤਮਾ ਨੇ ਪੈਦਾ ਕੀਤੇ ਨੇ। ਪਦਾਰਥ, ਮਾਇਆ, ਇਹ ਸਾਡੀ ਯੂਜ਼ ਵਾਸਤੇ ਹੈ, ਵਰਤੋਂ ਵਾਸਤੇ ਹੈ, ਨਾ ਕਿ ਇਹਨਾਂ ਦੇ ਨਾਲ ਅਟੈਚ ਹੋਣ ਵਾਸਤੇ। ਸਾਧ ਸੰਗਤ, ਆਨੰਦਪੁਰ ਸਾਹਿਬ ਦੀ ਧਰਤੀ, ਗੁਰੂ ਤੇਗ ਬਹਾਦਰ ਮਹਾਰਾਜ ਬੈਠੇ ਨੇ ਜੀ, ਦਰਬਾਰ ਲੱਗਾ ਹੋਇਆ ਹੈ। ਯਾਦ ਰਹੇ 400 ਸਾਲਾ ਆ ਰਿਹਾ ਸਤਿਗੁਰਾਂ ਦਾ 1 ਮਈ ਨੂੰ। ਦਰਬਾਰ ਲੱਗਾ ਹੋਇਆ ਹੈ ਆਨੰਦਪੁਰ ਸਾਹਿਬ ਦੀ ਧਰਤੀ ਤੇ। ਉੱਥੇ ਇੱਕ ਸਿੱਖ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਸੀਸ ਝੁਕਾਉਂਦਾ, ਨਮਸਕਾਰ ਕਰਦਾ ਹੈ ਤੇ ਬਚਨ ਕਿਹਾ ਉਸਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ। ਉਸ ਸਿੱਖ ਦਾ ਨਾਮ ਇਤਿਹਾਸ ਦੇ ਵਿੱਚ ਨਿਰੰਜਨ ਦਾਸ ਕਰਕੇ ਮਿਲਦਾ ਹੈ। ਮੱਥਾ ਟੇਕ ਕੇ ਸਤਿਗੁਰਾਂ ਨੂੰ ਉਹਨੇ ਬਚਨ ਕਿਹਾ, ਕਹਿਣ ਲੱਗੇ ਸਤਿਗੁਰੂ ਜੀ ਧੰਦਿਆਂ ਦੇ ਵਿੱਚ, ਧੰਦੇ ਮਤਲਬ ਕੰਮਾਂ ਕਾਰਾਂ ਦੇ ਵਿੱਚ ਕਹਿੰਦੇ ਪੂਰੀ ਤਰ੍ਹਾਂ ਫਸੇ ਪਏ ਆ, ਸਮਾਂ ਨਹੀਂ ਲੱਗਦਾ। ਸੇਮ ਸਿਚੁਏਸ਼ਨ ਸਾਡੇ ਵਾਲੀ ਜੀ, ਟਾਈਮ ਹੀ ਨਹੀਂ ਹੈ, ਯਾਨੀ ਜੀ ਕੀ ਕਰੀਏ, ਸਮਾਂ ਨਹੀਂ ਲੱਗਦਾ। ਆਇਆ ਕਰੋ ਗੁਰੂ ਘਰ, ਟਾਈਮ ਨਹੀਂ ਲੱਗਦਾ, ਬਿਜ਼ੀ ਬੜੇ ਆ। ਉਹ ਵੀ ਕਹਿੰਦਾ ਜੀ ਧੰਦਿਆਂ ਦੇ ਵਿੱਚ ਬੜੇ ਬੁਰੀ ਤਰ੍ਹਾਂ ਫਸੇ ਪਏ ਆ, ਸਮਾਂ ਨਹੀਂ ਲੱਗਦਾ, ਵੇਲ ਨਹੀਂ ਲੱਗਦਾ। ਮੇਰੇ 2 ਬੱਚੇ ਨੇ, ਜਿਹੜੀ ਪਤਨੀ ਹੈ ਉਹਦੀ ਡੈਥ ਹੋ ਚੁੱਕੀ ਹੈ, 2 ਮੁੰਡੇ ਨੇ, ਉਹ ਦੋਨੋਂ ਹੀ ਆਲਸੀ ਹੈ, ਸੁੱਤੇ ਰਹਿੰਦੇ ਆ, ਖਾ ਪੀ ਲਿਆ ਤੇ ਸੌਂ ਲਿਆ, ਇੰਨਾ ਕੀ ਕੰਮ ਉਹਨਾਂ ਦਾ, ਹੋਰ ਕੁਝ ਨਹੀਂ ਕਰਦੇ। ਤੇ ਮਨ ਦੇ ਵਿੱਚ ਨਾ ਚਿੰਤਾ ਲੱਗੀ ਰਹਿੰਦੀ ਹੈ ਹਰ ਸਮੇਂ, ਮਨ ਦਾ ਡਰਦਾ ਰਹਿੰਦਾ ਹੈ ਹਰ ਸਮੇਂ। ਡਰ ਕਾਹਦਾ ਹੈ ਕਿ ਸਤਿਗੁਰੂ ਜੀ ਆ ਜਿਹੜੀ ਮਾਇਆ ਇਕੱਠੀ ਕੀਤੀ ਹੈ, ਕੰਮ ਕੀ ਕਰਦਾ ਹੈ? ਕਹਿੰਦਾ ਜੀ ਖੇਤੀ ਵੀ ਕਰਦਾ ਤੇ ਕਦੇ ਕਦੇ ਬਾਜ਼ਾਰ ਦੇ ਵਿੱਚ ਜਾ ਕੇ ਥੋੜਾ ਬਹੁਤ ਵਪਾਰ ਵੀ ਕਰ ਲਈਦਾ। ਤੇ ਡਰ ਇਹ ਹੈ ਕਿ ਜੋ ਮਾਇਆ ਇਕੱਠੀ ਕੀਤੀ ਹੈ, ਪਦਾਰਥ ਇਕੱਠੇ ਕੀਤੇ ਨੇ, ਕਿਤੇ ਇਹ ਚਲੇ ਨਾ ਜਾਣ। ਕਿਉਂਕਿ ਜਿਹੜੇ ਬੱਚੇ ਨੇ ਦੋਨੋਂ ਹੀ, ਉਹ ਤਾਂ ਆਲਸੀ ਨੇ, ਉਹ ਦਿਨੇ ਵੀ ਸੌਂ ਲਿਆ, ਰਾਤ ਨੂੰ ਵੀ ਸੌਂ ਲਿਆ, ਖਾ ਲਿਆ, ਪੀ ਲਿਆ, ਬਸ ਇੰਨਾ ਕੀ ਕੰਮ। ਮੈਂ ਇਕੱਲਾ ਤੇ ਮੈਨੂੰ ਇਹ ਚਿੰਤਾ ਲੱਗੀ ਰਹਿੰਦੀ ਹੈ ਕਿ ਕਿਤੇ ਮਾਇਆ ਚਲੀ ਨਾ ਜਾਏ। ਨੀਂਦ ਨਹੀਂ ਆਉਂਦੀ ਰਾਤ ਨੂੰ। ਸਾਧ ਸੰਗਤ, ਆਉਂਦੀ ਹੈ ਰਾਤ ਨੂੰ ਨੀਂਦ? ਨਹੀਂ ਆਉਂਦੀ। ਗੋਲੀ ਵੀ ਖਾ ਲਈਦੀ ਤਾਂ ਵੀ ਨੀਂਦ ਨਹੀਂ ਆਉਂਦੀ। ਰੀਜ਼ਨ ਕੀ ਹੈ? ਉਹ ਰੀਜ਼ਨ ਸਤਿਗੁਰੂ ਜੀ, ਗੁਰੂ ਤੇਗ ਬਹਾਦਰ ਮਹਾਰਾਜ ਦੱਸਣ ਲੱਗੇ ਨੇ, ਤੇ ਧਿਆਨ ਨਾਲ ਸੁਣਿਓ। ਸਤਿਗੁਰੂ ਜੀ, ਨੀਂਦ ਨਹੀਂ ਆਉਂਦੀ ਰਾਤ ਨੂੰ, ਬੇਚੈਨੀ ਜੀ ਲੱਗੀ ਰਹਿੰਦੀ ਹੈ, ਹਰ ਸਮੇਂ ਅੱਖਾਂ ਖੁੱਲੀਆਂ ਰਹਿੰਦੀਆਂ ਨੇ, ਜਾਗਦਾ ਰਹਿੰਦਾ, ਮਨ ਦੇ ਅੰਦਰ ਕਈ ਤਰ੍ਹਾਂ ਦੇ ਵਿਚਾਰ ਚੱਲਦੇ ਰਹਿੰਦੇ ਨੇ। ਕੀ ਕਰਾਂ? ਉਪਦੇਸ਼ ਦਿਓ, ਕਿਰਪਾ ਕਰੋ, ਤਾਂ ਕਿ ਮੈਂ ਕਿਤੇ ਸੁੱਖ ਦੀ ਨੀਂਦ ਸੌਂ ਸਕਾਂ, ਸੁੱਖ ਦੇ ਨਾਲ ਸੁੱਖ ਦਾ ਸਾਹ ਲੈ ਸਕਾਂ। ਸਤਿਗੁਰੂ ਜੀ ਕਹਿਣ ਲੱਗੇ, ਭਲਿਆ ਚਾਹੁੰਦਾ ਸੁੱਖ ਹੈ, ਇੱਛਾ ਤੈਨੂੰ ਇਹ ਹੈ ਕਿ ਮੈਂ ਚੈਨ ਦੀ ਨੀਂਦ ਸੌਂ ਸਕਾਂ, ਆਰਾਮ ਦੇ ਨਾਲ ਜ਼ਿੰਦਗੀ ਬਤੀਤ ਕਰ ਸਕਾਂ, ਪਰ ਪਿਆਰ ਤਾਂ ਸਤਿਗੁਰੂ ਜੀ ਕਹਿੰਦੇ ਤੂੰ ਸੁਪਨੇ ਦੇ ਨਾਲ ਪਾ ਕੇ ਬੈਠਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਬਦ ਹੁਣੇ ਤੁਸੀਂ ਸਰਵਣ ਕੀਤਾ ਨਾ, ਸਾਹਿਬ ਜੀ ਕਹਿੰਦੇ, ਸਾਰੰਗ ਰਾਗ ਦਾ ਸ਼ਬਦ ਹੈ, ਹਰ ਬਿਨ ਤੇਰੋ ਕੋ ਨਾ ਸਹਾਈ। ਪ੍ਰਿੰਸੀਪਲ ਸਤਬੀਰ ਸਿੰਘ ਜੀ ਕਹਿੰਦੇ ਕਿ ਜਦੋਂ ਉਸ ਸਿੱਖ ਨੇ ਇਹ ਬੇਨਤੀ ਕੀਤੀ ਕਿ ਸਤਿਗੁਰੂ ਜੀ ਕਿਰਪਾ ਕਰੋ, ਉਪਦੇਸ਼ ਬਖਸ਼ੋ, ਤਾਂ ਕਿ ਮਨ ਨੂੰ ਟਿਕਾ ਆ ਜਾਵੇ, ਸ਼ਾਂਤੀ ਨਸੀਬ ਹੋਵੇ, ਸੁੱਖ ਆਵੇ ਜ਼ਿੰਦਗੀ 'ਚ, ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਸਮੇਂ ਇਹ ਸ਼ਬਦ ਉਚਾਰਨ ਕੀਤਾ ਸਾਰੰਗ ਰਾਗ ਦਾ। ਕੀ ਕਿਹਾ ਇਹਦੇ ਵਿੱਚ? ਕਹਿਣ ਲੱਗੇ, ਹਰ ਬਿਨ ਤੇਰੋ ਕੋ ਨਾ ਸਹਾਈ। ਭਲਿਆ ਜਿਸ ਮਾਇਆ ਨੂੰ ਗਵਾਉਣ ਤੋਂ ਡਰਦਾ ਹੈ ਨਾ, ਇਸ ਮਾਇਆ ਨੇ ਸਾਥ ਥੋੜੀ ਨਾ ਦੇਣਾ ਹੈ। ਇਹ ਤਾਂ ਸੁਪਨੇ ਦੀ ਤਰ੍ਹਾਂ ਨੇ, ਇਹ ਤਾਂ ਖਤਮ ਹੋ ਜਾਣੇ ਨੇ ਇੱਕ ਦਿਨ। ਪ੍ਰੋਬਲਮ ਇਹ ਹੈ ਕਿ ਤੂੰ ਇਹਨਾਂ ਦੇ ਨਾਲ ਬੁਰੀ ਤਰ੍ਹਾਂ ਅਟੈਚ ਹੋ ਗਿਆ ਹੈ। ਇਸ ਮਾਇਆ ਦਾ
ਪ੍ਰਭਾਵ ਤੇਰੇ ਮਨ ਦੇ ਉੱਤੇ ਬੁਰੀ ਤਰ੍ਹਾਂ ਪੈ ਚੁੱਕਾ ਹੈ, ਤੂੰ ਇਹਦੇ ਜਾਲ ਵਿੱਚ ਫਸ ਚੁੱਕਾ ਹੈ, ਤੈਨੂੰ ਡਰ ਲੱਗਦਾ ਹੈ ਕਿ ਕਿਤੇ ਚਲੀ ਨਾ ਜਾਵੇ। ਬਸ ਇਹ ਤੇਰੀ ਬੇਚੈਨੀ ਦਾ ਰੀਜ਼ਨ ਹੈ, ਅਟੈਚਮੈਂਟ। ਬਸ ਇਹ ਅਟੈਚਮੈਂਟ ਹੀ ਛੱਡਣੀ ਹੈ, ਇਸ ਦੇ ਨਾਲੋਂ ਡਿਟੈਚ ਹੋਣਾ ਹੈ। ਤੇ ਸਾਹਿਬ ਜੀ ਕਹਿੰਦੇ ਹਰ ਬਿਨ ਤੇਰੋ ਕੋ ਨਾ ਸਹਾਈ, ਰੱਬ ਤੋਂ ਬਿਨਾ ਤੇਰਾ ਸਾਥੀ ਕੋਈ ਨਹੀਂ। ਕਾ ਕੋ ਮਾਤ ਪਿਤਾ ਸੁਤ ਬਣਤਾ, ਕੋ ਕਾਹੂ ਕੋ ਭਾਈ, ਧਨ ਧਰਨੀ ਅਰ ਸੰਪਤ ਸਗਰੀ। ਧਨ ਧਰਨੀ ਅਰ ਸੰਪਤ, ਸੰਪਤ ਦਾ ਮਤਲਬ ਹੈ ਜੀ ਜਾਇਦਾਦ, ਸੰਪਤ ਸਗਰੀ, ਸਗਰੀ ਦਾ ਮਤਲਬ ਹੈ ਸਾਰੀ। ਜਿੰਨੀ ਵੀ ਤੇਰੇ ਕੋਲ ਧਨ ਦੌਲਤ ਜ਼ਮੀਨ ਜਾਇਦਾਦ ਜੋ ਕੁਝ ਵੀ ਤੂੰ ਇਕੱਠਾ ਕੀਤਾ ਹੈ, ਜੋ ਮਾਨਿਓ ਅਪਨਾਈ, ਜਿਸ ਨੂੰ ਤੂੰ ਆਪਣੀ ਮੰਨ ਕੇ ਬੈਠਾ ਹੈ, ਜਿਸ ਨੂੰ ਗਵਾਉਣ ਤੋਂ ਤੂੰ ਡਰਦਾ ਪਿਆ ਹੈ, ਸਤਿਗੁਰੂ ਜੀ ਕਹਿੰਦੇ ਇਹਦੀ ਹਾਲਤ ਪਤਾ ਕੀ ਹੈ? ਤਨ ਛੂਟੈ ਕਛ ਸੰਗ ਨਾ ਚਾਲੈ। ਜਿਸ ਮਾਇਆ ਨੂੰ ਤੂੰ ਆਪਣੀ ਆਪਣੀ ਮੇਰੀ ਮੇਰੀ ਕਰਕੇ ਸੰਭਾਲਦਾ ਪਿਆ ਹੈ ਨਾ, ਸਾਹਿਬ ਜੀ ਕਹਿੰਦੇ ਤਨ ਛੂਟੈ, ਜਦੋਂ ਮੌਤ ਆਉਣੀ ਹੈ, ਇਸ ਸਰੀਰ ਦੇ ਵਿੱਚੋਂ ਆਤਮਾ ਨਿਕਲ ਜਾਣੀ ਹੈ, ਤਨ ਛੂਟੈ ਕਛ ਸੰਗ ਨਾ ਚੱਲ, ਇਹਨਾਂ ਵਿੱਚੋਂ ਕੁਝ ਵੀ ਤੇਰੇ ਨਾਲ ਨਹੀਂ ਜਾਣਾ, ਫਿਰ ਵੀ ਤੇਰਾ ਇਹਨਾਂ ਦੇ ਨਾਲੋਂ ਵਿਛੋੜਾ ਪੈਣਾ ਹੀ ਪੈਣਾ ਹੈ। ਤਨ ਛੂਟੈ ਕਛ ਸੰਗ ਨਾ ਚੱਲ, ਕਹਾਂ ਤਾਹੇ ਲਪਟਾਈ। ਫਿਰ ਕਿਉਂ ਇਹਦੇ ਨਾਲ ਤੂੰ ਲਿਪਟਿਆ ਪਿਆ ਹੈ, ਕਿਉਂ ਇਹਦੇ ਨਾਲ ਤੂੰ ਇੰਨਾ ਅਟੈਚ ਹੋਇਆ ਪਿਆ ਹੈ? ਸਤਿਗੁਰੂ ਜੀ ਨੇ ਉੱਥੇ ਸਮਝਾਇਆ, ਕਹਿਣ ਲੱਗੇ ਦੀਨ ਦਇਆਲ ਸਦਾ ਦੁੱਖ ਭੰਜਨ, ਤਾਂ ਸਿਉ ਰੁਚ ਨਾ ਵਢਾਈ। ਜਿਹੜਾ ਪ੍ਰਮਾਤਮਾ ਦੁੱਖਾਂ ਨੂੰ ਦੂਰ ਕਰਕੇ ਜੀਵਨ ਵਿੱਚ ਸੁੱਖ ਦੇਣ ਵਾਲਾ ਹੈ। ਬੇਨਤੀ ਕੀ ਸੀ ਕਿ ਸੁੱਖ ਆਵੇ ਜੀਵਨ 'ਚ, ਮਨ 'ਚ ਕਿਤੇ ਸ਼ਾਂਤੀ ਆ ਜਾਏ। ਸਤਿਗੁਰੂ ਜੀ ਕਹਿੰਦੇ ਜਿਸ ਦੇ ਕੋਲੋਂ ਤੇਰੇ ਜੀਵਨ 'ਚ ਸੁੱਖ ਆਉਣੇ ਨੇ, ਜਿਸ ਨੇ ਤੈਨੂੰ ਸ਼ਾਂਤ ਕਰਨਾ ਹੈ, ਮਨ ਮਾਈਂਡ ਤੇਰਾ ਜਿਹਦੇ ਨਾਲ ਸ਼ਾਂਤ ਹੋ ਜਾਣਾ ਹੈ, ਪੀਸ ਮਿਲਣੀ ਹੈ ਜਿਹਦੇ ਕੋਲੋਂ, ਤਾਂ ਸਿਓ ਰੁਚ ਨਾ ਵਢਾਈ। ਰੁਚ ਦਾ ਮਤਲਬ ਹੈ ਜੀ ਇੱਥੇ ਪਿਆਰ ਕਹਿ ਲਈਏ ਆਪਾਂ। ਤੂੰ ਪ੍ਰਮਾਤਮਾ ਦੇ ਨਾਲ ਪਿਆਰ ਹੀ ਨਹੀਂ ਪਾਇਆ, ਉਹਦੇ ਨਾਲ ਸਨੇਹ ਕੀਤਾ ਹੀ ਨਹੀਂ ਹੈ। ਨਾਨਕ ਕਹਿਤ ਜਗਤ ਸਭ ਮਿਥਿਆ, ਜਿਉਂ ਸੁਪਨਾ ਰਹਿ ਨਾਈ। ਜਿਸ ਤਰ੍ਹਾਂ ਰਾਤ ਦਾ ਸੁਪਨਾ ਹੁੰਦਾ ਹੈ, ਉਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਇਹ ਸੰਸਾਰ ਹੈ, ਇਹਨੇ ਇੱਕ ਦਿਨ ਖਤਮ ਹੋ ਜਾਣਾ, ਰਹਿਣ ਵਾਲਾ ਨਹੀਂ ਹੈ। ਤੇ ਗੁਰੂ ਤੇਗ ਬਹਾਦਰ ਮਹਾਰਾਜ ਵੀ ਸਾਨੂੰ ਸ਼ਲੋਕਾਂ ਦੇ ਵਿੱਚ ਇਹੀ ਪਾਵਨ ਬਚਨ ਸਮਝਾਉਂਦੇ ਪਏ ਨੇ। ਕਹਿੰਦੇ ਝੂਠੈ ਮਾਨ ਕਹਾਂ ਕਰੈ, ਜਗ ਸੁਪਨੇ ਜਿਉਂ ਜਾਣ। ਕਈ ਵਾਰ ਬੰਦੇ ਨੂੰ ਨਾ ਇਹ ਹੰਕਾਰ ਵੀ ਹੋ ਜਾਂਦਾ ਹੈ ਕਿ ਉਹਦੇ ਕੋਲ ਮਾਇਆ ਬਹੁਤ, ਬੜਾ ਅਮੀਰ ਹੈ, ਬੜਾ ਤਗੜਾ ਹੈ, ਬੜੀ ਜਾਇਦਾਦ ਹੈ ਉਹਦੇ ਕੋਲ, ਇਹ ਹੰਕਾਰ ਵੀ ਹੋ ਜਾਂਦਾ ਜੀ ਪਦਾਰਥਾਂ ਦਾ। ਪਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਝੂਠੈ ਮਾਨ ਕਹਾਂ ਕਰੈ, ਝੂਠੈ ਨਾਸ਼ਵਾਨ, ਖਤਮ ਹੋ ਜਾਣ ਵਾਲੇ। ਇਹਨਾਂ ਖਤਮ ਹੋ ਜਾਣ ਵਾਲੇ ਪਦਾਰਥਾਂ ਦਾ ਮਾਨ ਹੰਕਾਰ ਈਗੋ ਕਿਉਂ ਕਰਦਾ ਪਿਆ ਹੈ? ਜਗ ਸੁਪਨੇ ਜਿਉਂ ਜਾਣ। ਸਤਿਗੁਰੂ ਜੀ ਕਹਿੰਦੇ ਇਸ ਗੱਲ ਨੂੰ ਆਪਣੇ ਅੰਦਰ ਪੱਕਾ ਕਰ ਲਾ ਕਿ ਇਹ ਸੰਸਾਰ ਇੱਕ ਸੁਪਨੇ ਦੀ ਤਰ੍ਹਾਂ ਵਾ। ਜਿਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੇਰੇ ਕੋਲ ਇਹ ਸਾਰੇ ਪਦਾਰਥ ਆਏ ਹੋਏ ਨੇ ਨਾ, ਤੈਨੂੰ ਮਿਲੇ ਹੋਏ ਨੇ, ਯਾਦ ਰੱਖ ਉਹ ਪ੍ਰਮਾਤਮਾ ਚਾਹੇ ਤਾਂ ਇੱਕ ਪਲ ਦੇ ਵਿੱਚ ਵਾਪਸ ਵੀ ਲੈ ਸਕਦਾ ਹੈ। ਗੁਰੂ ਅਰਜਨ ਸਾਹਿਬ ਦਾ ਬਚਨ ਤੁਹਾਨੂੰ ਸ਼ਾਇਦ ਯਾਦ ਹੋਏਗਾ, ਕੀ ਕਹਿੰਦੇ ਨੇ ਸੁਖਮਨੀ ਸਾਹਿਬ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ 10 ਵਸਤੂ ਲੈ ਪਾਤਸ਼ਾਹ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੇ, ਏਕ ਭੀ ਨਾ ਦੇ 10 ਭੀ ਹਿਰ ਲੈ। ਜਿਸ ਨੇ ਇੰਨੇ ਪਦਾਰਥ ਦਿੱਤੇ ਹੋਏ ਨੇ ਨਾ, ਉਹ ਪ੍ਰਮਾਤਮਾ ਦੇ ਕੇ ਵਾਪਸ ਲੈ ਵੀ ਸਕਦਾ ਹੈ। ਹੰਕਾਰ ਨਾ ਕਰ। ਜਿਹੜਾ ਹੰਕਾਰ ਰਹਿਤ ਰਹਿੰਦਾ ਹੈ ਨਾ, ਸਾਧ ਸੰਗਤ ਯਾਦ ਰਹੇ, ਗੁਰੂ ਰਹਿਮਤ ਕਰਦਾ ਜੇ ਤੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਕੋਈ ਨਹੀਂ ਜੇ ਰਹਿੰਦੀ, ਕਿਸੇ ਪਦਾਰਥ ਦੀ ਕੋਈ ਕਮੀ ਨਹੀਂ ਜੇ ਰਹਿੰਦੀ। ਜਿਹੜਾ ਇਸ ਸੰਸਾਰ ਨੂੰ ਸੁਪਨੇ ਦੇ ਸਮਾਨ ਸਮਝਦਾ ਹੈ ਤੇ ਗੁਰੂ ਦੀ ਭੈ ਭਾਵਨੀ ਦੇ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ। ਤੁਹਾਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਬਣਨ ਤੋਂ ਬਾਅਦ, ਗੁਰੂ ਬਣਨ ਤੋਂ ਪਹਿਲਾਂ ਵੀ ਤੇ ਗੁਰੂ ਬਣਨ ਤੋਂ ਬਾਅਦ ਵੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਪੂਰਬ ਦੀ ਧਰਤੀ ਵੱਲ ਜਾਂਦੇ ਨੇ, ਪਟਨਾ ਸਾਹਿਬ ਵਾਲੀ ਸਾਈਡ ਤੇ ਪ੍ਰਚਾਰ ਦੌਰੇ ਕਰਦੇ ਨੇ। ਤੇ ਜਦੋਂ ਪਟਨੇ ਤੋਂ ਗੁਰੂ ਸਾਹਿਬ ਢਾਕੇ ਦੀ ਧਰਤੀ ਤੇ ਜਾਂਦੇ ਨੇ, ਢਾਕੇ ਦੀ ਧਰਤੀ ਤੇ ਪਹੁੰਚ ਕੇ ਵੀ ਇੱਕ ਸਿੱਖ ਜਿਹੜਾ ਹੈ ਨਾ, ਉਹ ਗੁਰੂ ਸਾਹਿਬ ਦੀ ਹਜ਼ੂਰੀ 'ਚ ਆਉਂਦਾ ਹੈ। ਬੜਾ ਅਮੀਰ ਹੈ ਜੀ, ਉਹ ਬੜਾ ਧਨਾੜ ਹੈ, ਬੜਾ ਰਿਚ ਹੈ। ਉਹ ਆਇਆ। ਸਾਧ ਸੰਗਤ ਇੱਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਜਦੋਂ ਆਪਾਂ ਹਜ਼ੂਰੀ 'ਚ ਆਨੇ ਆ ਨਾ, ਇਹ ਮਨ ਦੇ ਵਿੱਚ ਪੱਕਾ ਵਿਸ਼ਵਾਸ ਹੋਵੇ ਸਾਡੇ ਕਿ ਜਿਹਦੇ ਅੱਗੇ ਮੈਂ ਖੜਾ ਹੋ ਕੇ ਅਰਦਾਸ ਕਰ ਰਿਹਾ, ਮੇਰੇ ਅੰਦਰ ਦੀ ਜਾਣਦਾ ਹੈ, ਉਹ ਜਾਣਦਾ ਹੈ। ਹੋਰ ਭਾਵੇਂ ਕੋਈ ਜਾਣੇ ਨਾ ਜਾਣੇ, ਇਹ ਜ਼ਰੂਰ ਮੇਰੇ ਅੰਦਰ ਦੀ ਜਾਣਦਾ ਹੈ। ਉਹ ਸਿੱਖ ਆਇਆ, ਬੜਾ ਅਮੀਰ ਹੈ,
ਆਣ ਕੇ ਮੱਥਾ ਹੀ ਟੇਕ ਕੇ ਆਇਆ ਉਹਨੇ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਤਾ ਕੀ ਕਿਹਾ, ਅਜੇ ਮੱਥਾ ਟੇਕ ਕੇ ਉੱਠਿਆ ਹੀ ਹੈ, ਕਹਿੰਦੇ ਕਾਹਦੀ ਚਿੰਤਾ। ਬੋਲਿਆ ਕੁਝ ਨਹੀਂ, ਉਹ ਮੱਥਾ ਟੇਕ ਕੇ ਆਏ, ਮੱਥਾ ਟੇਕ ਕੇ ਉੱਠਿਆ ਹੈ। ਸਤਿਗੁਰੂ ਜੀ ਕਹਿੰਦੇ ਚਿੰਤਾ 'ਚ ਕਿਉਂ ਹੈ, ਕਾਹਦੀ ਚਿੰਤਾ ਖਾਈ ਜਾ ਰਹੀ ਹੈ ਤੈਨੂੰ। ਤੇ ਜਵਾਬ ਉਹਦਾ ਵੀ ਉਹੀ ਹੈ, ਕਹਿਣ ਲੱਗਾ ਸਤਿਗੁਰੂ ਜੀ ਬਿਲਕੁਲ ਠੀਕ ਕਹਿੰਦੇ ਹੋ, ਮੈਂ ਚਿੰਤਾ ਦੇ ਵਿੱਚ ਹਾਂ, ਚਿੰਤਾ ਜਾਂਦੀ ਨਹੀਂ, ਖਹਿੜਾ ਨਹੀਂ, ਬੜੀ ਕੋਸ਼ਿਸ਼ ਕਰਦਾ ਚਿੰਤਾ ਚਲੀ ਜਾਵੇ। ਚਿੰਤਾ ਸਮਝਦੇ ਹੋ ਨਾ ਸਾਧ ਸੰਗਤ, ਚਿੰਤਾ ਜਾਂਦੀ ਨਹੀਂ, ਬੜੀ ਕੋਸ਼ਿਸ਼ ਕਰਦਾ ਪਿਆ, ਨਹੀਂ ਜਾ ਰਹੀ। ਤੇ ਸਤਿਗੁਰੂ ਜੀ ਕਹਿੰਦੇ ਕਿਉਂ, ਕਾਹਦੀ ਚਿੰਤਾ ਲੱਗੀ ਹੋਈ ਹੈ ਤੈਨੂੰ। ਕਹਿੰਦਾ ਸਤਿਗੁਰੂ ਜੀ ਆ ਜਿਹੜੀ ਦੌਲਤ ਇਕੱਠੀ ਕੀਤੀ ਹੈ ਨਾ, ਚਿੰਤਾ ਇਹ ਆ ਕਿ ਕਿਤੇ ਕੋਈ ਚੋਰ ਨਾ ਚੁਰਾ ਕੇ ਲੈ ਜਾਏ, ਕਿਤੇ ਮਾਇਆ ਚਲੀ ਨਾ ਜਾਏ। ਜੇ ਚਲੀ ਗਈ ਤੇ ਕੀ ਕਰਾਂਗਾ, ਜੇ ਮਾਇਆ ਚਲੀ ਗਈ ਤੇ ਕੀ ਕਰਾਂਗਾ, ਆਹ ਚਿੰਤਾ ਹੈ, ਇਹ ਪਵਾੜਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਭਲਿਆ ਇਹ ਮਾਇਆ ਸਦਾ ਥੋੜੀ ਨਾ ਰਹਿਣੀ ਹੈ, ਇਹਨੂੰ ਨਾਲ ਥੋੜੀ ਨਾ ਲੈ ਜਾਣਾ ਹੈ। ਬਾਣੀ ਦੇ ਵਿੱਚ ਨਾ ਇੱਕ ਬੜਾ ਪਿਆਰਾ ਬਚਨ ਹੈ ਸਾਹਿਬ ਜੀ ਦਾ, ਕਹਿੰਦੇ ਕਿਛ ਖਾਜੈ ਕਿਛ ਧਰ ਜਾਈਐ। ਹੁਣ ਜਿਹੜੀ ਮਾਇਆ ਇਕੱਠੀ ਕਰ ਕਰਕੇ ਅੰਬਾਰ ਲਗਾਏ ਹੋਏ ਨੇ ਨਾ, ਢੇਰ ਲਗਾਏ ਹੋਏ ਨੇ, ਸਤਿਗੁਰੂ ਜੀ ਕਹਿੰਦੇ ਇਹ ਇਕੱਠੀ ਕਰਨ ਦਾ ਫਾਇਦਾ ਤਾਂ ਹੈ, ਧਿਆਨ ਨਾਲ ਸੁਣਿਓ, ਫਾਇਦਾ ਤਾਂ ਹੈ ਜੇਕਰ ਇਸ ਜ਼ਿੰਦਗੀ ਦੇ ਵਿੱਚ ਉਹਦੇ ਵਿੱਚੋਂ ਕੁਝ ਯੂਜ਼ ਕਰ ਲਈ ਤੇ ਕੁਝ ਇਕੱਠੀ ਕਰਕੇ ਆਪਾਂ ਛੱਡ ਗਏ ਕਿ ਦੁਬਾਰਾ ਜ਼ਿੰਦਗੀ 'ਚ ਆਵਾਂਗੇ ਤੁਹਾਨੂੰ ਮੈਂ ਯੂਜ਼ ਕਰਾਂਗਾ। ਕਿਛ ਖਾਜੈ, ਖਾਜੈ ਦਾ ਮਤਲਬ ਹੈ ਯੂਜ਼ ਕਰ ਲਈ। ਕਿਛ ਧਰ ਜਾਈਏ, ਧਰ ਜਾਈਏ ਦਾ ਮਤਲਬ ਹੈ ਕਿ ਉਹਨੂੰ ਇੱਕ ਲੌਕਰ ਦੇ ਵਿੱਚ ਰੱਖ ਕੇ ਬੰਦ ਕਰ ਦਿੱਤਾ ਕਿ ਜਦੋਂ ਮੈਂ ਦੁਬਾਰਾ ਜ਼ਿੰਦਗੀ 'ਚ ਆਵੇਂ, ਇੱਕ ਜੀਵਨ ਤੇ ਚਲਾ ਗਿਆ, ਯੂਜ਼ ਕੀਤੀ ਥੋੜੀ ਬਹੁਤੀ। ਹੁਣ ਇਹ ਇੱਛਾ ਮਨ ਦੇ ਵਿੱਚ ਲੈ ਕੇ ਜਾਈਏ ਕਿ ਮੈਂ ਦੁਬਾਰਾ ਜ਼ਿੰਦਗੀ 'ਚ ਆਵਾਂਗਾ, ਇੱਥੇ ਆਵਾਂਗਾ, ਇਸ ਘਰ ਦੇ ਵਿੱਚ ਆਵਾਂਗਾ ਤਾਂ ਫੇਰ ਯੂਜ਼ ਕਰ ਲਾਂਗਾ। ਸਤਿਗੁਰੂ ਜੀ ਕਹਿੰਦੇ ਫਿਰ ਤੇ ਇਕੱਠੀ ਕਰਕੇ ਰੱਖ, ਪਰ ਜਦੋਂ ਆਉਣਾ ਹੀ ਨਹੀਂ ਦੁਬਾਰਾ, ਜਦੋਂ ਇਸ ਮਾਇਆ ਨੇ ਦੁਬਾਰਾ ਤੈਨੂੰ ਸੇਮ ਜਿਹੜੀ ਤੂੰ ਇਕੱਠੀ ਕੀਤੀ ਹੋਈ ਹੈ ਇਹਨੇ ਤੈਨੂੰ ਮਿਲਣਾ ਹੀ ਨਹੀਂ, ਤੇ ਫਿਰ ਇਕੱਠਾ ਕਰਨ ਦਾ ਕੀ ਫਾਇਦਾ। ਕਹਿੰਦਾ ਜੀ ਚਿੰਤਾ ਇਹੀ ਹੈ ਕਿ ਜੇ ਮਾਇਆ ਚਲੀ ਗਈ ਤੇ ਕੀ ਕਰਾਂਗਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕਹਾਂ ਨਰ ਆਪਣੋ ਜਨਮ ਗਵਾਵੇ, ਕਹਾਂ ਨਰ ਆਪਣੋ ਜਨਮ ਗਵਾਵੇ। ਕਹਿੰਦੇ ਕਿਉਂ ਤੂੰ ਇਸੇ ਸੋਚ ਦੇ ਵਿੱਚ ਪੈ ਕੇ ਆਪਣੀ ਇਸ ਪ੍ਰਾਈਸਲੈਸ ਲਾਈਫ ਨੂੰ ਵੇਸਟ ਕਰਦਾ ਪਿਆ ਹੈ। ਕਹਾਂ ਨਰ ਆਪਣੋ ਜਨਮ ਗਵਾਵੇ, ਮਾਇਆ ਮਦ ਵਿਖਿਆ ਰਸ ਰਚਿਓ। ਕਹਿੰਦੇ ਤੂੰ ਇਸ ਮਾਇਆ ਦੇ ਮੋਹ ਦੇ ਵਿੱਚ, ਇਸ ਜ਼ਹਿਰ ਦੇ ਵਿੱਚ ਤੂੰ ਫਸ ਚੁੱਕਾ ਹੈ, ਤੂੰ ਜਾਲ ਦੇ ਵਿੱਚ ਪੂਰੀ ਤਰ੍ਹਾਂ ਆ ਚੁੱਕਾ ਹੈ। ਹੁਣ ਕੀ ਹੋਏਗਾ। ਸਤਿਗੁਰੂ ਜੀ ਕਹਿੰਦੇ ਇਹਦੇ ਨਾਲੋਂ ਡਿਟੈਚ ਹੋ, ਕਿਉਂਕਿ ਇਹ ਸੰਸਾਰ ਸਗਲ ਹੈ ਸੁਪਨੋ, ਦੇਖ ਕਹਾਂ ਲੋਭਾਵੈ, ਜੋ ਉਪਜੈ ਸੋ ਸਗਲ ਵਿਨਾਸ਼ੈ। ਸਤਿਗੁਰੂ ਜੀ ਕਹਿੰਦੇ ਜੋ ਕੁਝ ਪੈਦਾ ਕੀਤਾ ਇਹਨੇ ਰੱਬ ਨੇ ਉਹ ਸਾਰਾ ਕੁਝ ਖਤਮ ਹੋਣਾ ਹੈ, ਤੇ ਸਿਰਫ ਇੱਕ ਕੰਮ ਕਰ ਕੀ ਕਿ ਉਸ ਰੱਬ ਦੇ ਨਾਲ ਜੁੜ ਜਾ, ਉਹਦੀ ਯਾਦ ਵਿੱਚ ਜੁੜ। ਜਦੋਂ ਉਹਨੂੰ ਯਾਦ ਕਰੇਗਾ ਨਾ, ਫਿਰ ਇਸ ਮਾਇਆ ਦੇ ਵਿੱਚ ਰਹਿੰਦਾ ਹੋਇਆ ਵੀ ਤੂੰ ਨਿਸ਼ਚਿੰਤ ਹੋ ਜਾਏਗਾ, ਚਿੰਤਾ ਕੋਈ ਨਹੀਂ ਰਹੇਗੀ, ਚਿੰਤਾ ਖਤਮ ਹੋ ਜਾਏਗੀ। ਜਦੋਂ ਤੈਨੂੰ ਸੰਸਾਰ ਦੀ ਅਸਲੀਅਤ ਦਾ ਪਤਾ ਲੱਗ ਗਿਆ ਨਾ ਕਿ ਇਹ ਸੰਸਾਰ ਇੱਕ ਦਿਨ ਖਤਮ ਹੋਣਾ, ਇਹ ਸੁਪਨੇ ਦੀ ਤਰ੍ਹਾਂ ਹੈ। ਤੁਸੀਂ ਦੇਖਦੇ ਹੋ ਬੀਚ ਤੇ ਜਾਂਦੇ ਹੋ, ਬੱਚੇ ਬੀਚ ਤੇ ਜਾ ਕੇ ਰੇਤ ਦੇ ਘਰ ਬਣਾਉਂਦੇ ਨੇ, ਕੈਸਲਸ ਬਣਾਉਂਦੇ ਨੇ, ਹੈਨਾ, ਬੜਾ ਕੁਝ ਬਣਾਉਂਦੇ ਨੇ। ਸਤਿਗੁਰੂ ਜੀ ਕਹਿੰਦੇ ਇਹ ਸੰਸਾਰ ਏਦਾਂ ਕਹਿ ਲਓ ਕਿ ਇੱਕ ਰੇਤ ਦੀ ਦੀਵਾਰ ਹੈ, ਵਾਲ ਆਫ ਸੈਂਡ, ਰੇਤ ਦੀ ਇੱਕ ਦੀਵਾਰ ਹੈ। ਬੱਚਿਆਂ ਨੇ ਬੜਾ ਪਿਆਰਾ ਘਰ ਬਣਾਇਆ, ਖੇਡਦੇ ਰਹੇ ਜੀ ਉੱਥੇ, ਰੇਤ ਦੇ ਨਾਲ ਬਣਾਉਂਦੇ ਰਹੇ ਘਰ। ਜਦੋਂ ਪਿਤਾ ਨੇ ਜਾਂ ਮਾਤਾ ਨੇ ਜਾਂ ਪੇਰੈਂਟਸ ਨੇ ਆਵਾਜ਼ ਲਗਾਈ ਕਿ ਬੇਟਾ ਚਲੋ ਘਰ ਨੂੰ ਚੱਲੀਏ, ਤੇ ਜਿਸ ਘਰ ਨੂੰ ਬੜੇ ਪਿਆਰ ਦੇ ਨਾਲ ਉਹਨਾਂ ਨੇ ਬਣਾਇਆ ਸੀ, ਵਾਪਸ ਜਾਣ ਤੋਂ ਪਹਿਲਾਂ ਪੈਰ ਮਾਰ ਕੇ ਢਾ ਵੀ ਦਿੰਦੇ ਨੇ, ਪੈਰ ਮਾਰ ਕੇ ਢਾ ਦਿੰਦੇ ਨੇ ਨਾ। ਸਤਿਗੁਰੂ ਜੀ ਕਹਿੰਦੇ ਬਸ ਇੰਨੀ ਕੁ ਅਸਲੀਅਤ ਹੈ। ਬਾਰੂ ਭੀਤ ਬਣਾਈ ਰਚ ਪਚ, ਬਾਰੂ ਮਤਲਬ ਸੈਂਡ, ਬਾਰੂ ਭੀਤ, ਭੀਤ ਦਾ ਮਤਲਬ ਹੈ ਦੀਵਾਰ, ਵਾਲ। ਬੜੇ ਪਿਆਰ ਦੇ ਨਾਲ ਕਹਿੰਦੇ ਵਾਲ ਬਣਾ ਦਿੱਤੀ, ਆਪਾਂ ਕਹਿ ਲਈਏ ਕਿ ਘਰ ਬਣਾ ਦਿੱਤਾ ਰੇਤ ਦਾ। ਰਹਿਤ ਨਹੀਂ ਦਿਨ ਚਾਰ, ਇਹ ਕਿੰਨੇ ਕੁ ਦਿਨ ਰਹੇਗੀ। ਬੱਚੇ ਤੇ ਉਸੇ ਵੇਲੇ ਤੋੜ ਦਿੰਦੇ ਨੇ, ਤੇ ਜੇ ਉਹਨੂੰ ਰਹਿਣ ਵੀ ਦਿੱਤਾ ਜਾਏ ਤੇ ਕੁਝ ਹੀ ਸਮੇਂ ਦੇ ਵਿੱਚ ਉਸਨੇ ਆਪਣੇ ਆਪ ਹੀ ਖਤਮ ਹੋ ਜਾਣਾ। ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਪਦਾਰਥਾਂ ਦੀ ਇੰਨੀ ਅਸਲੀਅਤ ਹੈ, ਇਹ ਰਿਐਲਿਟੀ ਹੈ, ਇਹਦੇ ਨਾਲ ਅਟੈਚ ਨਾ ਹੋ। ਜੇ ਤੂੰ ਚਾਹੁੰਦਾ ਹੈ ਕਿ ਮੇਰਾ ਜੀਵਨ ਸਫਲ ਹੋਵੇ ਤੇ ਫਿਰ ਇਹਦੇ ਨਾਲੋਂ ਡਿਟੈਚ ਹੋ ਕੇ ਉਹਦੀ ਯਾਦ ਵਿੱਚ ਜੁੜ, ਜਿਸ ਨੇ ਤੇਰੇ ਜੀਵਨ ਨੂੰ ਸਫਲ ਬਣਾਉਣਾ ਹੈ, ਜਿਸ ਨੇ ਤੇਰੇ ਅੰਦਰ ਪੀਸ ਆਫ ਮਾਈਂਡ ਬਖਸ਼ਣੀ ਹੈ, ਜਿਸ ਨੇ ਤੇਰੇ ਜੀਵਨ 'ਚ ਸੁੱਖ ਬਖਸ਼ਣੇ ਨੇ, ਉਹਦੀ ਯਾਦ ਵਿੱਚ ਜੁੜ ਜਾ। ਤੇ ਜਦੋਂ ਜੁੜੇਗਾ ਫਿਰ ਤੈਨੂੰ ਪਤਾ ਲੱਗੇਗਾ ਕਿ ਮੈਂ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ, ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ
ਸਿਰਫ ਇਹਨਾਂ ਪਦਾਰਥਾਂ ਦੇ ਮੋਹ ਵਿੱਚ ਪੈ ਕੇ ਗਵਾ ਦਿੱਤਾ। ਇਸੇ ਕਰਕੇ ਭਾਈ ਵੀਰ ਸਿੰਘ ਜੀ ਵੀ ਕਹਿੰਦੇ ਨੇ, ਕਹਿੰਦੇ ਤੇ ਜਾਗ, ਜਾਗ, ਇਸ ਸਮੇਂ ਨੂੰ ਸੰਭਾਲ ਲਾ, ਇਹ ਵੇਸਟ ਜਾ ਰਿਹਾ, ਕਿਤੇ ਚਲਾ ਨਾ ਜਾਵੇ। ਜੇ ਲੰਘ ਗਿਆ ਇੱਕ ਵਾਰੀ ਤੇ ਇਹਨੇ ਮੁੜ ਕੇ ਨਹੀਂ ਆਉਣਾ। ਸੋ ਸਮਾਂ ਰਹਿੰਦਿਆਂ ਜਾਗ ਤੇ ਉਹਦੀ ਯਾਦ ਵਿੱਚ ਜੁੜ ਜਾ, ਤਾਂ ਕਿ ਜੀਵਨ ਸਫਲ ਹੋ ਸਕੇ। ਗੁਰੂ ਤੇਗ ਬਹਾਦਰ ਮਹਾਰਾਜ ਸਾਨੂੰ ਹੋਕਾ ਦਿੰਦੇ ਪਏ ਨੇ, ਆਵਾਜ਼ ਦਿੰਦੇ ਪਏ ਨੇ, ਪੁਕਾਰਦੇ ਪਏ ਨੇ। ਕੀ ਕਹਿ ਰਹੇ ਨੇ? ਕਹਿੰਦੇ ਝੂਠੈ ਮਾਨ ਕਹਾਂ ਕਰੈ, ਜਗ ਸੁਪਨੇ ਜਿਉ ਜਾਨ, ਇਨ ਮੈਂ ਕਛ ਤੇਰੋ ਨਹੀਂ, ਨਾਨਕ ਕਹਿਓ ਬਖਾਨ, ਨਾਨਕ ਕਹਿਓ ਬਖਾਨ। ਸਤਿਗੁਰੂ ਜੀ ਕਹਿੰਦੇ ਤੈਨੂੰ ਪੁਕਾਰ ਕੇ ਮੈਂ ਕਹਿ ਰਿਹਾ, ਬੋਲ ਕੇ ਮੈਂ ਤੈਨੂੰ ਕਹਿ ਰਿਹਾ ਕਿ ਇਹਦੇ ਨਾਲੋਂ ਇਹਨਾਂ ਦੇ ਵਿੱਚੋਂ ਸਾਥ ਕੁਝ ਨਹੀਂ ਹੋ ਜਾਣਾ, ਇੱਕ ਰੱਬ ਤੋਂ ਇਲਾਵਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਦਾਰੀ। ਸਤਿਗੁਰੂ ਜੀ ਕਹਿੰਦੇ ਸਾਥ ਉਹਨੇ ਹੀ ਦੇਣਾ ਹੈ। ਥੱਕ ਹਾਰ ਕੇ ਤੈਨੂੰ ਉਹਦੇ ਕੋਲ ਹੀ ਆਉਣਾ ਪੈਣਾ ਹੈ। ਹੁੰਦਾ ਹੈ ਨਾ ਜੀ ਸਾਧ ਸੰਗਤ, ਸੁੱਖਾਂ ਦੇ ਵਿੱਚ ਤੇ ਭਾਵੇਂ ਅਸੀਂ ਨਹੀਂ ਯਾਦ ਕਰਦੇ, ਛੋਟੀ ਜੀ ਜੀਵਨ 'ਚ ਮੁਸ਼ਕਲ ਆ ਜਾਏ ਨਾ, ਰੱਬ ਦੀ ਯਾਦ ਉਸੇ ਵੇਲੇ ਆ ਜਾਂਦੀ ਜੀ, ਅੱਖਾਂ ਖੁੱਲ ਜਾਂਦੀਆਂ ਜੀ। ਤੇ ਜੇ ਦੁੱਖ ਦੇ ਵਿੱਚ ਉਹ ਯਾਦ ਆਉਂਦਾ ਹੈ ਤੇ ਕਬੀਰ ਸਾਹਿਬ ਕਹਿੰਦੇ ਫਿਰ ਤੁਹਾਨੂੰ ਹਰ ਸਮੇਂ ਕਿਉਂ ਨਹੀਂ ਯਾਦ ਕਰਦਾ? ਕਬੀਰ ਕਾਮ ਭਰੇ। ਅਸੀਂ ਸਾਰੇ ਬਿਜ਼ਨਸਮੈਨ ਬਣ ਗਏ ਨਾ ਜੀ, ਜਦੋਂ ਕੰਮ ਪਿਆ ਉਦੋਂ ਯਾਦ ਕਰ ਲਿਆ, ਕੰਮ ਨਿਕਲ ਗਿਆ ਫਿਰ ਭੁੱਲ ਗਏ। ਕਬੀਰ ਸਾਹਿਬ ਕਹਿੰਦੇ ਇਦਾਂ ਨਾ ਕਰ, ਕਾਮ ਪਰੇ ਹਰ ਸਿਮਰਿਐ, ਐਸਾ ਸਿਮਰੋ ਨਿਤ, ਜਿਸ ਨੂੰ ਤੂੰ ਕੇਵਲ ਕੰਮ ਦੇ ਟਾਈਮ ਤੇ ਯਾਦ ਕਰਦਾ ਹੈ, ਉਹਨੂੰ ਹਮੇਸ਼ਾ ਹੀ ਯਾਦ ਕਰ। ਤੇ ਜੇ ਹਮੇਸ਼ਾ ਹੀ ਯਾਦ ਕਰੇਗਾ, ਸਤਿਗੁਰੂ ਜੀ ਕਹਿੰਦੇ ਫਿਰ ਤੇਰੇ ਜੀਵਨ 'ਚ ਹਮੇਸ਼ਾ ਹੀ ਸੁੱਖ ਰਹੇਗਾ। ਗੁਰੂ ਕਿਰਪਾ ਕਰੇ ਜੀ, ਬਖਸ਼ਿਸ਼ ਕੀਤਾ ਹੋਇਆ ਪਾਵਨ ਬਚਨ ਸਾਡੀ ਸਮਝ ਦੇ ਵਿੱਚ ਆ ਜਾਏ, ਕਿਤੇ ਪਦਾਰਥਾਂ ਦੇ ਵਿੱਚ ਰਹਿੰਦਿਆਂ ਹੋਇਆਂ ਇਹਦੇ ਨਾਲੋਂ ਡਿਟੈਚ ਹੋ ਜਾਈਏ, ਡਿਟੈਚ ਹੋ ਕੇ ਆਪਣੇ ਕੰਮ ਕਾਰ ਕਰਦੇ ਹਾਂ, ਗੁਰੂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।